ਅੱਜ ਆਮ ਤੌਰ ਦੇ ਉੱਤੇ ਅਸੀਂ ਵੇਖ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਪੇਰੈਂਟਸ ਅਤੇ ਬੱਚਿਆਂ ਦੇ ਵਿਚਕਾਰ ਜਿਹੜੀ ਕਮਿਊਨੀਕੇਸ਼ਨ ਹੈ ਉਹ ਬਹੁਤ ਹੀ ਸਟਰੋਂਗ ਨਹੀਂ ਰਹਿ ਗਈ। ਜਨਰੇਸ਼ਨ ਗੈਪ ਤਾਂ ਹਮੇਸ਼ਾ ਹੀ ਰਿਹਾ ਹੈ, ਲੇਕਿਨ ਜਦੋਂ ਧਰਮ ਦੀ ਗੱਲ ਆਉਂਦੀ ਹੈ ਸ਼ਾਇਦ ਹੀ ਕੋਈ ਮਾਪੇ ਹੋਣ ਜਿਹੜੇ ਚਾਹਣਗੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪ੍ਰਚਾਰ ਵਾਲੇ ਮਾਧਿਅਮ ਨੂੰ ਅਡਾਪਟ ਕਰਕੇ ਆਪਣੇ ਜੀਵਨ ਦਾ ਲਕਸ਼ ਬਣਾਉਣ। ਲੇਕਿਨ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਐਸੀ ਹੀ ਫਾਦਰ ਸਨ ਟੀਮ ਨਾਲ ਜਿਨ੍ਹਾਂ ਦਾ ਕਿ ਮੰਨਣਾ ਹੈ ਕਿ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਸ ਰੱਖਦੀ ਹੈ ਕੋਈ ਵੀ ਰਿਸ਼ਤੇ ਦੇ ਵਿੱਚ, ਅਤੇ ਖਾਸ ਤੌਰ ਉੱਤੇ ਪਿਓ ਅਤੇ ਬੱਚੇ ਦੇ ਵਿਚਕਾਰ ਜੋ ਹੈ ਇਹ ਰਿਸ਼ਤਾ ਜੋ ਹੈ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ। ਪਰ ਨਾਲ ਹੀ ਆਮ ਤੌਰ ਦੇ ਉੱਤੇ ਅਸੀਂ ਗੱਲਾਂ ਤਾਂ ਕਰਨੇ ਆ ਕਿ ਧਰਮ ਦੇ ਪ੍ਰਸਾਰ ਲਈ ਸਾਨੂੰ ਵੱਧ ਤੋਂ ਵੱਧ ਅੱਗੇ ਨੌਜਵਾਨ ਲਿਆਉਣੇ ਚਾਹੀਦੇ ਨੇ, ਪਰ ਕਿੰਨੇ ਕੁ ਅਸੀਂ ਮਾਪੇ ਹਾਂ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਇਸ ਪ੍ਰਚਾਰ ਵਾਲੇ ਪਾਸੇ ਜਾਣ। ਲੇਕਿਨ ਅੱਜ ਆਓ ਮੁਲਾਕਾਤ ਕਰਵਾਉਂਦੇ ਹਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਨਾਲ ਅਤੇ ਉਹਨਾਂ ਦੇ ਹੋਣਹਾਰ ਲੜਕੇ ਹਰਮਨਪ੍ਰੀਤ ਸਿੰਘ ਨਾਲ, ਜਿਹੜੇ ਕਿ ਸਿੱਖੀ ਦਾ ਪ੍ਰਚਾਰ ਬਹੁਤ ਵਧੀਆ ਤਰੀਕੇ ਨਾਲ ਜਾ ਕੇ ਲੋਕਾਂ ਤੱਕ ਮੈਸੇਜ ਪਹੁੰਚਾ ਰਹੇ ਨੇ। ਜੀ ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਰਦਾਰ ਸ਼ਮਸ਼ੇਰ ਸਿੰਘ ਜੀ, ਮੁਬਾਰਕਬਾਦ ਤੁਹਾਨੂੰ ਕਿ ਜਿੱਥੇ ਤੁਸੀਂ ਆਪ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਹੋ, ਨਾਲ ਤੁਸੀਂ ਆਪਣੇ ਸਾਹਿਬਜ਼ਾਦੇ ਨੂੰ ਵੀ ਇਸ ਪਾਸੇ ਨੂੰ ਲਾਇਆ। ਥੋੜ੍ਹਾ ਜਿਹਾ ਪਿਛੋਕੜ ਤੁਹਾਡਾ ਕਿ ਤੁਸੀਂ ਕਿਵੇਂ ਪ੍ਰੇਰਿਤ ਹੋਏ ਇਸ ਪਾਸੇ ਨੂੰ ਆਉਣ ਨੂੰ। ਧੰਨਵਾਦ। ਸਭ ਤੋਂ ਪਹਿਲਾਂ ਜੀ ਮੈਂ ਤੇ ਇੱਕ ਹੀ ਗੱਲ ਕਹਿਣਾ ਜੀ, ਅਕਸਰ ਹੋ ਮੂਰਖ ਕਰੇ ਲਾਈਆ ਨਾਨਕ ਹਰ ਕੰਮੇ ਜੀ। ਮੈਂ ਪੇਸ਼ੇ ਤੌਰ 'ਤੇ ਅਕਾਊਂਟੈਂਟ ਹਾਂ, ਬਿਜ਼ਨਸ ਪਾਰਟੀਸ ਨਾਲ ਬਿਜ਼ਨਸ ਦੀ ਦੁਨੀਆ 'ਚ ਰਿਹਾ ਹੈ ਜੀ। ਇਹ ਪਤਾ ਹੀ ਨਹੀਂ ਲੱਗਾ ਕਿ ਪਰਮਾਤਮਾ ਨੇ ਕਿਵੇਂ ਇੱਧਰ ਕਿਰਪਾ ਕਰ ਦਿੱਤੀ ਹੈ ਜੀ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਇਸ ਪਾਸੇ ਲੱਗਣਾ। ਅਤੇ ਮਨ ਵਿੱਚ ਇੱਕ ਗੱਲ ਆਈ, ਜੋ ਤੂੰ ਜਾਣਦਾ ਹੈ ਉਹ ਵੰਡ ਦੇ। ਦਸਵੰਧ ਕੇਵਲ ਧਨ ਦਾ ਨਹੀਂ ਜੀ, ਦਸਵੰਧ ਟਾਈਮ ਦਾ, ਦਸਵੰਧ ਗਿਆਨ ਦਾ। ਰਾਈਟ। ਇਸ ਪਾਸੇ ਅਤੇ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਜਦੋਂ ਮੈਨੂੰ ਲੋਕ ਕਹਿੰਦੇ ਕਿ ਤੁਹਾਡੇ ਨਾਲੋਂ ਹਰਮਨਪ੍ਰੀਤ ਸਿੰਘ ਜੀ ਬਿਹਤਰ ਕਰਦੇ ਨੇ। ਰਾਈਟ, ਬਹੁਤ ਖੂਬ। ਉਹ ਤਾਂ ਹਮੇਸ਼ਾ ਹੀ ਐਜ਼ ਅ ਫਾਦਰ ਤੁਹਾਨੂੰ ਖੁਸ਼ੀ ਹੁੰਦੀ ਹੈ, ਪਰ ਤੁਸੀਂ ਆਪ ਤਾਂ ਇਸ ਪਾਸੇ ਜੁੜੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੁਰੂ ਦੀ ਬਖਸ਼ਿਸ਼ ਹੋ ਗਈ। ਪਰ ਹਰਮਨਪ੍ਰੀਤ ਸਿੰਘ ਨੂੰ ਕੀ ਤੁਸੀਂ ਕਦੀ ਪ੍ਰੇਰਿਤ ਕੀਤਾ ਜਾਂ ਕਿਸ ਤਰੀਕੇ ਨਾਲ ਇਹਨਾਂ ਦਾ ਇੰਟਰਸਟ ਇਸ ਪਾਸੇ ਆਇਆ? ਅਸਲ 'ਚ ਸਾਡੇ ਘਰ ਦਾ ਮਾਹੌਲ ਇੱਦਾਂ ਦਾ ਸੀ। ਮੈਂ ਯਤਨ ਕੀਤਾ ਹੈ ਕਿ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਮਾਡਲ ਰੋਲ ਕੇ ਬਣ ਕੇ ਜੀਵਾਂ ਜੀ। ਕੱਲ੍ਹ ਨੂੰ ਮੇਰੇ ਬੱਚਿਆਂ ਨੂੰ ਕਿਤੇ ਕੋਈ ਇਹ ਗੱਲ ਨਾ ਸੁਣਨੀ ਪਵੇ, ਤੁਹਾਡਾ ਪਿਤਾ ਨੇ ਕਰਦਾ ਆਹ ਸੀ ਤੇ ਕਹਿੰਦਾ ਆਹ ਆ ਸੀ, ਕਰਦਾ ਇਹ ਸੀ ਤੇ ਅੱਜ ਕਹਿ ਇਹ ਰਹੇ ਨੇ। ਰਾਈਟ। ਕਿਸੇ ਤਰ੍ਹਾਂ ਇਹਨਾਂ ਨਜ਼ਰਾਂ ਨਾਲ ਝੁਕਾਉਣੀਆਂ ਪੈਣ। ਠੀਕ। ਦੂਸਰਾ, ਮੈਨੂੰ ਆਪਣੇ ਨਜ਼ਰਾਂ ਨੇ ਉਹਨਾਂ ਅੱਗੇ ਝੁਕਾਉਣੀਆਂ ਪੈਣ। ਤੁਸੀਂ ਲੋਕਾਂ ਨੂੰ ਕੁਝ ਕਹਿੰਦੇ ਤੇ ਘਰ 'ਚ ਕੁਝ ਕਰਦੇ ਹੋ। ਸੋ ਉਸ ਜਿਹੜਾ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਖੁਸ਼ੀ ਹੈ ਕਿ ਇੱਕ MA ਪੜ੍ਹਿਆ ਲੜਕਾ ਕਥਾਕਾਰ ਬਣ ਗਿਆ ਹੈ। ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ। ਵੈਰੀ ਨਾਈਸ ਜੀ। ਹਰਮਨਪ੍ਰੀਤ ਸਿੰਘ ਜੀ, ਜਿਸ ਤਰ੍ਹਾਂ ਪਿਤਾ ਜੀ ਨੇ ਕਿਹਾ ਤੁਹਾਡੇ ਕਿ ਇੱਕ ਇੰਸਪੀਰੇਸ਼ਨ ਵਜੋਂ, ਇਹ ਇੱਕ ਰੋਲ ਮਾਡਲ ਵਜੋਂ ਤੁਹਾਡੇ ਸਾਹਮਣੇ ਆਏ, ਇਹ ਸਿਰਫ ਇੰਸਪੀਰੇਸ਼ਨ ਹੀ ਸੀ ਜਾਂ ਅੰਦਰੋਂ ਵੀ ਕੋਈ ਤੁਹਾਨੂੰ, ਜਦੋਂ ਤੁਸੀਂ ਦੇਖਦੇ ਸੀ ਘਰ ਵਿੱਚ ਇਹੋ ਜਿਹਾ ਮਾਹੌਲ ਸੀ ਜਾਂ ਪਿਤਾ ਜੀ ਕਥਾ ਕਰਦੇ ਸੀ, ਤੁਹਾਡੇ 'ਚ ਚਾਹ ਆਈ ਕਿ ਤੁਸੀਂ ਵੀ ਇਸ ਪਾਸੇ ਤੁਰੋ? ਕਿਉਂਕਿ MA ਕਰਕੇ ਤਾਂ ਫਿਰ ਇਹ ਹੁੰਦਾ ਕਿ ਕੋਈ ਨਾ ਕੋਈ ਜੌਬ ਲੱਭੀਏ ਅਤੇ ਚਲੋ ਨੌਕਰੀ ਕਰਕੇ ਅਸੀਂ ਕਹੀਏ, ਇਸ ਪਾਸੇ ਤਾਂ ਅੱਜ ਨੌਜਵਾਨ ਕਿੱਥੇ ਸੋਚਦਾ? ਦੇਖੋ, ਗੱਲ ਇਸ ਤਰ੍ਹਾਂ ਹੈ ਜੀ, ਮੈਂ ਹਮੇਸ਼ਾ ਇਸ ਗੱਲ ਨੂੰ ਰੱਖਦਾ ਹੁੰਦਾ ਵਾ ਕਿ ਸਾਡੇ ਘਰ ਦਾ, ਮੈਂ ਕਈ ਜਗ੍ਹਾ ਇਹ ਡਿਕਲੇਅਰ ਕਰ ਚੁੱਕਿਆ ਕਿ ਮੈਨੂੰ ਮੇਰੇ ਘਰ ਤੋਂ ਜਿਹੜਾ ਮਾਹੌਲ ਮਿਲਿਆ ਬੜਾ ਵਧੀਆ ਮਿਲਿਆ ਜੀ। ਮੈਂ ਬਹੁਤ ਵੱਡਿਆਂ ਭਾਗਾਂ ਵਾਲਾ ਵਾਂ ਕਿ ਵੀ ਮੈਂ ਇਸ ਘਰ ਵਿੱਚ ਜਨਮ ਲਿਆ। ਦੂਸਰੀ ਗੱਲ ਇਹ ਹੁੰਦੀ ਹੈ ਕਿ ਇੱਕ ਦਰਦ ਹੁੰਦਾ ਵਾ ਕੌਮ ਦਾ, ਜਦੋਂ ਅਸੀਂ ਘਰ ਦੇ ਵਿੱਚ ਬਹਿ ਕੇ ਡਿਸਕਸ਼ਨਸ ਕਰਦੇ ਹਾਂ ਜੀ, ਅਤੇ ਉਹ ਮਨ ਦੇ ਵਿੱਚ ਇੱਕ ਭਾਵਨਾ ਆਉਂਦੀ ਹੈ ਕਿ ਅਸੀਂ ਆਪਣੀ ਕੌਮ ਵਾਸਤੇ ਕੀ ਕਰ ਸਕਦੇ ਹਾਂ। ਰਾਈਟ। ਫਿਰ ਉਸ ਸਮੇਂ ਇੱਕ ਟਾਰਗੇਟ ਇੱਕ ਮਿੱਥਿਆ ਜਾਂਦਾ ਵਾ ਕਿ ਵੀ ਆਪਣੀ ਕੌਮ ਨੂੰ ਕਿਸ ਤਰ੍ਹਾਂ ਸਿੱਧੇ ਰਾਹ 'ਤੇ ਲੈ ਕੇ ਆਈਏ ਜੀ। ਫਿਰ ਉਹ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਆਈਆਂ ਅਤੇ ਮੈਂ ਆਪਣੀ ਐਜੂਕੇਸ਼ਨ ਇਸੇ ਹੀ ਬਿਹਾਫ 'ਤੇ ਕੀਤੀ। ਮੈਨੂੰ ਅੱਜ ਵੀ ਚੇਤੇ ਆ ਜਦੋਂ ਮੈਂ ਇਹਨਾਂ ਨੂੰ ਆਖਿਆ ਵੀ ਮੈਂ ਕਥਾਵਾਚਕ ਦਾ ਡਿਪਲੋਮਾ ਕਰਨਾ ਚਾਹੁੰਦਾ, ਇਹ ਮੈਨੂੰ ਕਹਿੰਦੇ ਵੀ ਬੜਾ ਔਖਾ ਫੀਲਡ ਆ ਜੀ, ਕਥਾਵਾਚਕ ਦਾ ਬਹੁਤ ਔਖਾ ਫੀਲਡ ਆ। ਇਹਦੇ ਵਿੱਚ ਤਾਂ ਇਸ ਤਰ੍ਹਾਂ ਵਾ ਕਿ ਵੀ ਪ੍ਰਬੰਧਕਾਂ ਦੀਆਂ ਕਈ ਵਾਰੀ ਸਹਿਣੀਆਂ ਪੈਂਦੀਆਂ ਵਾ ਇਹ ਗੱਲਾਂ। ਅਤੇ ਦੂਜੀ ਗੱਲ, ਇਹਨਾਂ ਨੇ ਮੈਨੂੰ 3 ਚੀਜ਼ਾਂ ਉਸ ਸਮੇਂ ਬਿਠਾ ਕੇ ਗੱਲ ਕਹੀਆਂ ਸੀ। ਇੱਕ ਤੇ ਵੀ ਸੱਜਣਾ, ਜੇ ਤੂੰ ਇਸ ਫੀਲਡ ਨੂੰ ਚੁਣਨਾ ਅਤੇ ਸੱਚ ਬੋਲਣਾ। ਦੂਜੇ ਨੰਬਰ ਦੇ ਉੱਤੇ ਕਿਰਦਾਰ ਦਾ ਉੱਚਾ ਸੁੱਚਾ ਹੋਣਾ। ਠੀਕ। ਤੀਜੇ ਨੰਬਰ ਦੇ ਉੱਪਰ ਵੀ ਜਿਹੜੀ ਗੱਲ ਕਹਿਣੀ ਉਹ ਆਪਣੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ। ਰਾਈਟ। ਅਤੇ ਮੈਂ ਯਤਨ ਅੱਜ ਤੱਕ ਇਹੀ ਕਰ ਰਿਹਾ ਜੀ, ਕੋਸ਼ਿਸ਼ ਇਹੀ ਕਰ ਰਿਹਾ ਵਾਂ ਕਿ ਵੀ ਇਸੇ ਹੀ ਪੈਂਡੇ ਦੇ ਉੱਪਰ ਜਿਹੜਾ ਰਸਤਾ ਚੁਣਿਆ ਵਾ, ਇਸ ਰਸਤੇ ਦੇ ਉੱਪਰ ਤੁਰ ਕੇ ਆਪਣੀ ਕੌਮ ਦੀ ਕੁਝ ਕੁ ਸੇਵਾ ਅਸੀਂ ਕਰ ਸਕੀਏ। ਆਮ ਤੌਰ 'ਤੇ ਅੱਜ ਜੋ ਅਸੀਂ ਪ੍ਰੋਬਲਮ ਦੇਖ ਰਹੇ ਹਾਂ ਆਪਣੇ ਸਮਾਜ ਦੇ ਵਿੱਚ ਕਿ ਕਮਿਊਨੀਕੇਸ਼ਨ ਨਹੀਂ ਹੋ ਰਹੀ ਘਰਾਂ ਦੇ ਵਿੱਚ, ਜਿਸ ਕਾਰਨ ਬਹੁਤ ਜ਼ਿਆਦਾ ਵਿਵਾਦ ਹੋ ਜਾਂਦਾ ਹੈ। ਅਤੇ ਇੱਥੇ ਖਾਸ ਤੌਰ 'ਤੇ ਤੁਸੀਂ ਵੀ ਸੁਣਿਆ ਹੋਣਾ, ਜਿਹੜੇ ਮਾਪੇ ਕਹਿੰਦੇ ਨੇ ਜੀ ਬੱਚੇ ਸੁਣਦੇ ਨਹੀਂ, ਇਹ ਇੱਕ ਬੜੀ ਵੱਡੀ ਸਮੱਸਿਆ ਹੈਗੀ ਹੈ। ਸੋ ਇਹਨੂੰ ਤੁਸੀਂ, ਇਹ ਜਿਹੜਾ ਗੈਪ ਸੀ, ਇਹ ਕਮਿਊਨੀਕੇਸ਼ਨ ਜਿਹੜੀ ਗੱਲਬਾਤ ਵਾਰਤਾਲਾਪ ਰਾਹੀਂ, ਤੁਸੀਂ ਕੀ ਸਮਝਦੇ ਹੋ ਇਹਦੀ ਕਿੰਨੀ ਕੁ ਮਹੱਤਤਾ ਹੈ ਸ਼ਮਸ਼ੇਰ ਸਿੰਘ? ਗਿਵ ਐਂਡ ਟੇਕ, ਗਿਵ ਐਂਡ ਟੇਕ। ਮੈਂ ਜਿੱਥੇ ਮੈਂ ਮਹਿਸੂਸ ਕਰਦਾ ਹੈ ਕਿ ਇਹ ਬੱਚਾ ਜੋ ਗੱਲ ਕਰ ਰਿਹਾ ਹੈ ਉਹ ਮੇਰੇ ਨਾਲੋਂ ਸਿਆਣੀ ਕਰ ਰਿਹਾ ਹੈ,
ਤਾਂ ਮੈਂ ਇਹਦੀ ਗੱਲ ਨੂੰ ਐਕਸੈਪਟ ਕਰ ਲੈਂਦਾ, ਠੀਕ ਹੈ। ਜਿੱਥੇ ਇਹ ਮਹਿਸੂਸ ਕਰਦਾ ਹੈ ਵੀ ਮੈਨੂੰ ਕਿਸੇ ਨਾ ਤਰ੍ਹਾਂ ਕਿਸ ਤਰ੍ਹਾਂ ਆਪਣੇ ਫਾਦਰ ਕੋਲੋਂ ਗਾਈਡ ਦੀ ਲੋੜ ਹੈ, ਇਹ ਮੈਨੂੰ ਪੁੱਛ ਲੈਂਦਾ ਹੈ। ਠੀਕ, ਵੈਰੀ ਈਜ਼ੀ। ਸੋ ਈਗੋ ਕਲੈਸ਼ ਨਹੀਂ ਹੁੰਦਾ। ਨੋ ਈਗੋ, ਵੈਰੀ ਈਜ਼ੀ। ਗੱਲ ਆਉਂਦੀ ਹੈ ਕਿ ਨੌਜਵਾਨਾਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਜੋ ਤੁਸੀਂ ਦੇਖ ਰਹੇ ਹੋ ਅੱਜ ਆਪਣੇ ਸਮਾਜ ਦੇ ਵਿੱਚ ਕਿ ਬਾਣੀ ਤੋਂ ਵੀ ਅਸੀਂ ਮੁਨਕਰ ਹੋ ਰਹੇ ਹਾਂ ਤੇ ਬਾਣੇ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹਾਂ। ਤੁਸੀਂ ਜਦੋਂ ਡਿਸਕਸ਼ਨ ਕਰਦੇ ਹੋ, ਕਿਉਂਕਿ ਯੂਥ ਹੋ, ਤੁਹਾਡੀ ਗੱਲ ਦੀ ਸ਼ਾਇਦ ਜ਼ਿਆਦਾ ਇਫੈਕਟਿਵਨੈਸ ਹੋਏ ਪਿਤਾ ਜੀ ਨਾਲੋਂ ਇੱਕ ਯੰਗਸਟਰ ਦੇ ਨਾਲ, ਤੁਸੀਂ ਜਿਹੜਾ ਉਹਨਾਂ ਨਾਲ ਵਾਰਤਾਲਾਪ ਕਰਦੇ ਹੋ, ਕੀ ਗੱਲਾਂ ਬਾਹਰ ਆ ਰਹੀਆਂ ਨੇ ਜਿਹੜੇ ਕਾਰਨ ਇਹ ਅੱਜ ਸਮੱਸਿਆਵਾਂ ਸਾਡੀ ਪੰਥ ਵਿੱਚ ਵਧ ਰਹੀਆਂ ਨੇ? ਦੇਖੋ, ਗੱਲ ਇਹ ਰੋਲ ਮਾਡਲ ਦੀ ਹੈ ਜੀ। ਸਿੱਧੀ ਗੱਲ, ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਪੇਰੈਂਟਸ ਤੋਂ ਬਿਨਾਂ ਰੋਲ ਮਾਡਲ ਆਪਣੇ ਬੱਚਿਆਂ ਦਾ ਕੋਈ ਨਹੀਂ ਬਣ ਸਕਦਾ ਜੀ। ਅੱਜ ਤਰਾਸਦੀ ਇਹ ਹੈਗੀ ਹੈ ਕਿ ਪੇਰੈਂਟਸ ਆਪ ਗੁਰਸਿੱਖੀ ਨਾਲ ਨਹੀਂ ਜੁੜੇ ਤੇ ਆਪਣੇ ਬੱਚਿਆਂ ਨੂੰ ਗੁਰਦੁਆਰੇ ਪੰਜਾਬੀ ਕਲਾਸਾਂ ਜਾਂ ਗੁਰਮੁਖੀ ਕਲਾਸਾਂ ਲਾਉਣ ਨੂੰ ਭੇਜ ਰਹੇ। ਠੀਕ, ਹੁਣ ਆਪ ਤੇ ਉਹ ਗੁਰਮੁਖ ਨਹੀਂ ਗਏ, ਆਪ ਤੇ ਉਹ ਕਦੀ ਅੰਮ੍ਰਿਤ ਵੇਲੇ ਉੱਠੇ ਨਹੀਂ ਜਾਂ ਉਹਨਾਂ ਨੇ ਸੱਚਾਈ ਕਦੀ ਆਪਣੇ ਬੱਚਿਆਂ ਦੇ ਸਾਹਮਣੇ ਨਹੀਂ ਰੱਖੀ ਜੀ। ਹੁਣ ਉਹ ਬੱਚਾ ਜਦੋਂ ਗੁਰਦੁਆਰਿਓਂ ਉਹ ਚੀਜ਼ ਸਿੱਖਦਾ ਜਾ ਕੇ ਵੀ ਜੀਵਨ ਤੇ ਗੁਰਸਿੱਖੀ ਦਾ ਇਹੋ ਜਿਹਾ ਹੁੰਦਾ ਵਾ, ਮੇਰਾ ਪਿਤਾ ਮੈਨੂੰ ਫੋਰਸ ਕਰਕੇ ਉਸ ਕੰਮ ਵੱਲ ਲਾ ਰਿਹਾ ਤਾਂ ਆਪ ਤੇ ਉਹ ਕਰ ਨਹੀਂ ਰਿਹਾ। ਰਾਈਟ। ਮੈਂ ਹਮੇਸ਼ਾ ਇਹ ਕਹਿਣਾ ਵਾ ਕਿ ਅਸੀਂ ਆਪਣੇ ਬੱਚਿਆਂ ਦੇ ਖੁਦ ਰੋਲ ਮਾਡਲ ਬਣੀਏ, ਸਾਡੇ ਬੱਚੇ ਸਾਨੂੰ ਵੇਖ ਕੇ ਵੱਡੇ ਹੋਣ ਜੀ। ਜੇ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਕੋਈ ਹੋਰ ਰੋਲ ਮਾਡਲ ਬਾਹਰ ਦਾ ਚੁਣਾਂਗੇ, ਅਸੀਂ ਕਦੀ ਤਰੱਕੀ ਨਹੀਂ ਕਰ ਸਕਦੇ। ਅਸੀਂ ਆਪਣੇ ਬੱਚਿਆਂ ਨੂੰ ਬਾਹਰ ਦੀ ਦੁਨੀਆ ਵੱਲ ਤੋੜ ਦੇਵਾਂਗੇ, ਆਪਣੇ ਘਰ ਦੀ ਦੁਨੀਆ ਤੋਂ। ਅੱਜ ਜੋ ਡਿਸਕ੍ਰਿਮੀਨੇਸ਼ਨ ਆ ਰਹੀਆਂ, ਜੋ ਅੱਜ ਪ੍ਰੋਬਲਮਸ ਆ ਰਹੀਆਂ, ਉਹਦਾ ਕਾਰਨ ਇਹ ਆ ਕਿ ਸਾਡੇ ਬੱਚਿਆਂ ਵਾਸਤੇ ਅਸੀਂ ਰੋਲ ਮਾਡਲ ਨਹੀਂ ਬਣ ਰਹੇ, ਅਸੀਂ ਦੂਜੇ ਨੂੰ ਬਣਾ ਰਹੇ ਹਾਂ। ਜਦੋਂ ਬਾਹਰ ਦਾ ਬੰਦਾ ਰੋਲ ਮਾਡਲ ਬਣੂਗਾ, ਸਾਡਾ ਬੱਚਾ ਘਰੋਂ ਬਾਹਰ ਚਲ ਜੂਗਾ। ਐਂਡ ਰੋਲ ਮਾਡਲ ਵੀ ਅੱਜ ਸਾਡੇ ਜ਼ਿਆਦਾਤਰ ਹੀਰੋਜ਼ ਬਣ ਰਹੇ ਨੇ ਫਿਲਮਾਂ ਦੇ, ਤੇ ਉਹ ਜਿਹੜੇ ਗੁਰੂਆਂ ਦੇ ਸਮੇਂ ਦੇ ਨਾ ਇਤਿਹਾਸ ਨਾਲ ਅਸੀਂ ਜੋੜ ਸਕ ਰਹੇ ਹਾਂ ਤੇ ਨਾ ਹੀ ਜੋ ਸਾਡੀਆਂ ਕਾਮਯਾਬੀਆਂ ਸੀ ਉਹਨਾਂ ਨੂੰ ਅਸੀਂ ਅਕੰਪਲਿਸ਼ਮੈਂਟਸ ਨੂੰ ਦੱਸ ਸਕ ਰਹੇ ਹਾਂ। ਇਸ ਤਰ੍ਹਾਂ ਦਾ ਕਿਰਦਾਰ ਨਹੀਂਗਾ। ਦੇਖੋ, ਅੱਜ ਮੈਂ ਤੇ ਮੇਰੇ ਫਾਦਰ ਸਾਹਿਬ, ਅਸੀਂ ਕਈ ਵਾਰੀ ਹੁਣ ਇੱਥੇ ਤਕਰੀਬਨ ਅਸੀਂ 2.5 ਸਾਲਾਂ ਬਾਅਦ ਇਕੱਠੇ ਹੋਏ, 2.5-3 ਸਾਲਾਂ ਬਾਅਦ ਅਸੀਂ ਦੋਵੇਂ ਜਣੇ ਇਕੱਠੇ ਹੋਏ ਕੁਦਰਤੀ ਅੱਜ ਕੈਨੇਡਾ ਦੀ ਧਰਤੀ ਤੇ। ਉਹ ਵੀ ਹਾਲਾਤ ਕੁਝ ਐਸੇ ਬਣੇ ਕਿ ਜਿਹਦਾ ਕਰਕੇ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਅਸੀਂ ਹਮੇਸ਼ਾ ਡਿਸਕਸ ਕਰਦੇ ਹਾਂ ਜੀ, ਕਾਰਨ ਕੀ ਆ, ਕਿਸ ਤਰ੍ਹਾਂ ਆਪਣੇ ਆਪ ਨੂੰ, ਕੌਮ ਆਪਣੀ ਨੂੰ ਸੇਧ ਦਿੱਤੀ ਜਾਵੇ। ਅੱਜ ਜਦ ਤੱਕ ਸਾਡੇ ਪ੍ਰੀਚਰ ਦਾ ਕਿਰਦਾਰ ਨਹੀਂ ਜੀ, ਪ੍ਰਚਾਰਕ ਦਾ ਕਿਰਦਾਰ ਨਹੀਂ, ਪੇਰੈਂਟਸ ਦਾ ਕਿਰਦਾਰ ਨਹੀਂ, ਅਸੀਂ ਆਪਣੇ ਜਿਹੜੇ ਰੋਲ ਮਾਡਲ ਹੀਰੋਸ ਜਿਹੜੇ ਬਣਾਏ ਆ, 3 ਘੰਟੇ ਦੀ ਫਿਲਮ ਆ, 3 ਘੰਟੇ ਦੀ ਫਿਲਮ ਦੇ ਵਿੱਚ 2 ਕਿਰਦਾਰ ਉਹਦੇ ਸਾਹਮਣੇ ਆ, ਇੱਕ ਬੰਦਾ ਨੈਗੇਟਿਵ ਰੋਲ ਕਰ ਰਿਹਾ, ਇੱਕ ਪੋਜ਼ਿਟਿਵ ਕਰ ਰਿਹਾ ਜੀ। ਹੁਣ ਸੁਨੱਖਾ ਉਨਾ ਹੀ ਹੈ ਨੈਗੇਟਿਵ, ਜਿਹੜਾ ਨੈਗੇਟਿਵ ਰੋਲ ਕਰ ਰਿਹਾ ਉਹ ਵੀ ਬੜਾ ਹੀਰੋ ਆ ਆਪਣੇ ਆਪ 'ਚ, ਜਿਹੜਾ ਪੋਜ਼ਿਟਿਵ ਕਰ ਰਿਹਾ ਉਹ ਵੀ ਹੀਰੋ ਆ। ਹੁਣ ਕੁਦਰਤੀ ਗੱਲ ਇਹ ਹੈ ਕਿ ਉਹਦੀ ਇੱਕ ਸਮਾਂ ਆਉਂਦਾ ਉਹਦੀ ਸੁੰਦਰਤਾ ਮਿਟ ਜਾਂਦੀ ਆ ਜੀ, ਹੀਰੋ ਦੀ ਸੁੰਦਰਤਾ ਨੰਬਰ 1 ਤੇ ਆ ਜਾਂਦੀ ਆ, ਵਿਲਨ ਦੀ ਸੁੰਦਰਤਾ ਮਿਟ ਕੇ ਉਹਦੇ ਅਵਗੁਣ ਸਾਹਮਣੇ ਆ ਜਾਂਦੇ ਆ। 2 ਕਿਰਦਾਰ, ਉਸ ਸਮੇਂ ਫਿਰ ਗੁਣਾਂ ਦਾ ਪਿਆਰ ਬਣ ਜਾਂਦਾ। ਹੀਰੋ ਦੇ ਵਿੱਚ ਗੁਣ ਪੈਦਾ ਕੀਤੇ ਗਏ ਆ, ਬੱਚਾ ਉਹਦੇ ਗੁਣਾਂ ਨੂੰ ਵੇਖਦਾ। ਵਿਲਨ ਦੇ ਵਿੱਚ ਅਵਗੁਣ ਆ, ਉਹਦੇ ਅਵਗੁਣ ਵੇਖਦਾ, ਅਵਗੁਣ ਨਾਲ ਨਫ਼ਰਤ ਕਰਨ ਲੱਗ ਪੈਂਦਾ, ਗੁਣਾਂ ਨਾਲ ਸਾਂਝ ਬਣਾ। 3 ਘੰਟੇ ਦੀ ਮੂਵੀ ਸਾਰੀ ਇਹ ਆ। ਉਹ ਆਪਣੇ ਰੋਲ ਮਾਡਲ ਉਸ ਹੀਰੋ ਨੂੰ ਬਣਾ ਲੈਂਦਾ। ਜਦੋਂ ਅਸੀਂ ਵਿਚਰਦੇ ਆ ਜੀ, ਸਾਡੇ ਪ੍ਰਚਾਰਕ ਜੀਵਨ 'ਚ ਵਿਚਰਦੇ ਆ, ਉਹਨਾਂ ਬੱਚਿਆਂ ਦੇ ਸਾਹਮਣੇ ਆਉਂਦੇ ਆ ਜਾਂ ਮਾਤਾ ਪਿਤਾ ਆਉਂਦੇ ਆ, ਮਾਤਾ ਪਿਤਾ ਉਹ ਰੋਲ ਨਿਭਾ ਹੀ ਨਹੀਂ ਰਹੇ। ਰਾਈਟ। ਉਹ ਵੇਂਦੇ ਆ ਵੀ ਬੱਚਾ ਨੂੰ, ਉਹ ਬੱਚੇ ਤੋਂ ਆਸ ਕਰਦੇ ਆ। ਸਾਡੀ ਤਰਾਸਦੀ ਇਹ ਆ ਕਿ ਅਸੀਂ ਆਸ ਕਰਦੇ ਵੀ ਕਾਕਾ ਤੂੰ ਸੱਚ ਬੋਲ, ਅਸੀਂ ਤੈਨੂੰ ਝੂਠ ਬੋਲਾਂਗੇ। ਠੀਕ। ਤੂੰ ਓਨੈਸਟੀ ਰੱਖ, ਅਸੀਂ ਤੇਰੇ ਤੋਂ ਲੁਕਾਵਾਂਗੇ। ਠੀਕ। ਜਦੋਂ ਪੇਰੈਂਟਸ ਬੱਚੇ ਤੋਂ ਲੁਕਾਉਣ ਲੱਗ ਪੈਣ ਤੇ ਨੈਚੁਰਲੀ ਗੱਲ ਆ, ਬੱਚੇ ਨੇ ਆਪਣੇ ਪੇਰੈਂਟਸ ਤੋਂ ਲੁਕਾਉਣਾ ਹੀ ਲੁਕਾਉਣਾ। ਤੁਹਾਡੇ ਸਮੇਂ ਜਦੋਂ ਤੁਸੀਂ ਇਸ ਪਾਸੇ ਨੂੰ ਆਏ ਕਿ ਇੱਕ ਵੱਖਰੇ ਚੈਲੰਜਸ ਹੋਣਗੇ, ਅੱਜ ਜੋ ਕੁਝ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ, ਖਾਸ ਤੌਰ ਤੇ ਯੰਗਸਟਰਸ ਦੇ ਸੰਬੰਧ ਵਿੱਚ, ਤੁਸੀਂ ਜਿਸ ਤਰ੍ਹਾਂ ਇਹਨਾਂ ਨੇ, ਹਰਮਨਪ੍ਰੀਤ ਨੇ ਸਮਝਿਆ, ਜੋ ਦੱਸਿਆ ਹੈ, ਕੀ ਤੁਸੀਂ ਇਸ ਨਾਲ ਐਕਸੈਪਟ ਇਸ ਨੂੰ ਕਰਦੇ ਹੋ ਸਾਰਾ, ਜਾਂ ਤੁਸੀਂ ਸਮਝਦੇ ਹੋ ਕੁਝ ਹੋਰ ਵੀ ਕਾਰਨ ਹੈਗੇ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ ਹੈ? ਨਹੀਂ, ਜਿਸ ਤਰ੍ਹਾਂ ਇਹ ਲੈ ਕੇ ਚੱਲੇ ਆ, ਮੈਂ ਤਾਂ ਇੱਥੋਂ ਤੱਕ ਕਹਿ ਦਿੰਦਾ ਕਿ ਅੱਜ ਗੁਰਦੁਆਰਿਆਂ ਵਿੱਚ ਬਿਲਕੁਲ ਨਾ ਆਸ ਰੱਖੀਏ ਕਿ ਇੱਥੋਂ ਬੱਚਿਆਂ ਦਾ ਜਿਹੜਾ ਹੈਗਾ ਹੈ ਜੀਵਨ ਡਿਵੈਲਪ ਹੋਏਗਾ। ਉਹਦੇ ਲਈ ਡਿਸਕਸ਼ਨ ਗਰੁੱਪਸ, ਵਰਕਸ਼ਾਪਸ, ਕੈਂਪਸ ਇਹ ਆਰਗੇਨਾਈਜ਼ ਕਰਨੇ ਬਹੁਤ ਜ਼ਰੂਰੀ ਆ, ਅਤੇ ਉਹ 'ਚ ਸਾਡੇ ਯੰਗਸਟਰ ਆਉਣ। ਠੀਕ। ਯੰਗਸਟਰ ਗੁਰਦੁਆਰੇ ਨਹੀਂ ਆਉਣਗੇ। ਅਤੇ ਸੋ ਮੈਨੂੰ ਬੜੀ ਹੋਪ ਆ ਔਰ ਮੈਂ ਬੜਾ ਖੁਸ਼ ਹਾਂ ਕਿ ਇਹਨਾਂ ਨੇ ਇਹ ਲਾਈਨ ਜਿਹੜੀ ਚੁਣੀ, ਤਰੀਕਾ ਚੁਣਿਆ ਜਿਹੜਾ ਪ੍ਰਚਾਰ ਦਾ, ਇਟ ਇਜ਼ ਦਾ ਸਟੀਕ ਵੇ ਓਨਲੀ। ਰਾਈਟ, ਸਟੀਕ ਵੇ। ਸਹੀ ਕਿਹਾ ਜੀ, ਕਿਉਂਕਿ ਅੱਜ ਸਮਾਂ ਇਹ ਮੰਗ ਕਰਦਾ ਜਿੱਥੇ ਗੁਰਦੁਆਰਿਆਂ ਦੇ ਵਿੱਚ 1 ਵੇ ਡਿਸਕਸ਼ਨ ਹੋ ਰਹੀ ਹੈਗੀ, ਡਿਸਕਸ਼ਨ ਨਹੀਂ ਬਲਕਿ ਜਸਟ 1 ਵੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਉਹ ਡਿਸਕਸ਼ਨ ਦਾ ਮਾਧਿਅਮ ਨਹੀਂ ਕ੍ਰੀਏਟ ਹੋ ਰਿਹਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਮਝ ਰਹੇ? ਕਿਉਂਕਿ ਗੁਰਦੁਆਰਿਆਂ ਦੇ ਵਿੱਚ ਜਿਸ ਤਰ੍ਹਾਂ ਪਿਤਾ ਜੀ ਨੇ ਦੱਸਿਆ ਤੁਹਾਡੇ ਨੇ ਕਿ ਉਹ ਬੱਚੇ ਜਿਹੜੇ ਨੇ ਉੱਥੇ ਸਿਰਫ ਰਿਚੁਅਲਸ ਜਾਂ ਮਾਪਿਓ ਦੇ ਕਹਿਣ ਦੇ ਉੱਤੇ ਕਰਨ ਲਈ ਪੂਰੇ ਜਾ ਰਹੇ ਨੇ, ਪਰ ਉਹ ਜਿਹੜੀ ਇੱਕ ਪਿਆਸ ਹੈ ਉਹ ਪੂਰੀ ਨਹੀਂ ਹੋ ਰਹੀ ਹੈਗੀ।
ਸੋ ਉਹਦੇ ਵਿੱਚ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਮਝਦੇ ਹੋ ਕਿ ਐਜ਼ ਅ ਯੰਗਸਟਰ ਅਤੇ ਜੋ ਤੁਸੀਂ ਸਮਝਦੇ ਹੋ, ਕਿਉਂਕਿ ਉਸੇ ਏਜ ਲੈਵਲ ਦੇ ਹੋਣ ਦੇ ਨਾਤੇ ਤੁਸੀਂ ਉਹ ਜੋ ਕੁਝ ਉਹਨਾਂ ਦੇ ਦਿਮਾਗ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਮਾਪ ਸਕਦੇ ਹੈਗੇ ਹੋ। ਸੋ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਨਾਲ ਤੁਸੀਂ ਕੁਝ ਵੱਖਰਾ ਕਰਨ ਜਾ ਰਹੇ ਹੋ ਜਿਹਦੇ ਨਾਲ ਕਿ ਕੁਝ ਨਾ ਕੁਝ ਬੈਨੀਫਿਟ ਕੌਮ ਨੂੰ ਹੋ ਸਕੇ? ਮੈਂ ਚਾਹੁੰਦਾ ਜੀ ਕੈਂਪ ਆਰਗੇਨਾਈਜ਼ ਕਰਨੇ, ਜਿਹੜਾ ਮੇਰਾ ਸੋਚ ਹੈਗੀ ਆ। ਮੈਂ ਹਮੇਸ਼ਾ ਹੀ ਇੱਥੇ ਮੈਂ ਕੋਸ਼ਿਸ਼ ਕਰ ਰਿਹਾ, ਵੈਸੇ ਮੇਰਾ ਜਰਮਨ ਤੋਂ ਮੈਂ ਆਪਣਾ ਬੇਸ ਸ਼ੁਰੂ ਕੀਤਾ ਵਾ ਸਭ ਤੋਂ ਪਹਿਲਾਂ ਜੀ। ਜਰਮਨ ਤੋਂ ਆਪਣੀ ਕਥਾ ਦੀ ਮੈਂ ਲਾਈਫ ਸ਼ੁਰੂ ਕੀਤੀ, ਪਹਿਲਾਂ ਸਟੇਜ ਮੇਰੀ ਜਰਮਨ ਤੋਂ ਸ਼ੁਰੂ ਹੋਈ ਆ। ਉੱਥੇ ਮੈਂ ਕੈਂਪ ਹੀ ਆਰਗੇਨਾਈਜ਼ ਕਰਦਾ ਰਿਹਾ ਵਾਂ। ਕੈਂਪ ਤੋਂ ਮੈਨੂੰ ਬਹੁਤ ਜ਼ਿਆਦਾ ਉੱਥੋਂ ਪ੍ਰਾਪਤੀ ਹੋਈ ਆ। ਇੱਥੇ ਵੀ ਆਇਆ ਵਾਂ, ਇੱਥੇ ਵੀ ਮੇਰੀ ਭਾਵਨਾ, ਮੇਰਾ ਮੇਨ ਜਿਹੜਾ ਕੇਂਦਰ ਬਿੰਦੂ ਹੁੰਦਾ ਵਾ, ਸੈਂਟਰਲ ਆਈਡੀਆ ਹੋ ਜਾਂਦਾ ਵਾ ਕਿ ਗਰੁੱਪਸ ਲਾਏ ਜਾਣ, ਉਹਨਾਂ ਨਾਲ ਡਿਸਕਸ ਕੀਤੀ ਜਾਵੇ। ਉਹ 'ਚੋਂ ਮੈਨੂੰ ਐਰਕਾਂ ਬਹੁਤ ਬੈਨੀਫਿਟ ਮਿਲਿਆ। ਬੇਸ਼ੱਕ ਮੇਰੇ ਕੋਲ 10 ਆ ਜਾਂ 15 ਆਏ ਆ, ਪਰ ਉਹ 15 ਨੇ ਅੱਗੇ ਜਿਹੜਾ ਰਸਤਾ ਚੁਣਿਆ ਮੈਨੂੰ ਬਹੁਤ ਵਧੀਆ। ਈਵਨ ਇੱਥੋਂ ਤੱਕ ਕਿ ਉਹਨਾਂ ਦੀ ਮਦਰ ਇੰਡੀਆ ਗਈ ਹੈ, ਇੰਡੀਆ ਜਾ ਕੇ ਵੀ ਉਹਨਾਂ ਨੇ ਉਹ ਗੁਰਮਤਿ ਦੀਆਂ ਕਲਾਸਾਂ ਆਪ ਇਸ ਚੀਜ਼ ਨੂੰ ਤੁਸੀਂ ਅੱਗੇ ਮੈਂ ਫੋਲੋ ਕਰਨਾ ਚਾਹੁੰਦਾ। ਤੁਹਾਡੇ ਜੀਵਨ ਦੇ ਐਕਸਪੀਰੀਅੰਸ ਵਿੱਚੋਂ ਜੀ, ਜਿੱਥੇ ਹਰ ਇੱਕ ਕੋਈ ਅੱਜ ਦੌੜ ਤੇ ਲੱਗਾ, ਇੱਕ ਰੈਟ ਰੇਸ ਲੱਗੀ ਹੈ ਕਿ ਹੋਰ ਹੋ ਜਾਏ, ਤੁਹਾਡੇ ਐਕਸਪੀਰੀਅੰਸ ਵਿੱਚੋਂ ਅੱਜ ਅਸੀਂ ਕੀ ਸਿੱਖ ਸਕਦੇ ਹਾਂ ਜਿਹਦੇ ਨਾਲ ਕਿ ਨੌਜਵਾਨ ਪੀੜ੍ਹੀ ਬੈਨੀਫਿਟ ਲੈ ਸਕਦੀ? ਸ਼ਮਸ਼ੇਰ ਸਿੰਘ ਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ, ਜੋ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਜੀ, ਸਾਡੀ ਔਕਾਤ ਤੋਂ ਜ਼ਿਆਦਾ ਦਿੱਤਾ ਹੈ, ਅਸੀਂ ਉਦਮ ਕਰਨਾ ਹੈ, ਪਰ ਉਹਦੇ ਵਿੱਚ ਸਾਡੀ ਤ੍ਰਿਸ਼ਨਾ ਜਾਂ ਲਾਲਚ ਨਾ ਹੋਵੇ। ਠੀਕ, ਸੰਤੋਖੀ ਰਹਿ ਕੇ ਆਪਣਾ ਯਤਨ ਕਰਨਾ ਹੈ, ਔਰ ਨਾਲ ਸੁਭਾਅ ਇਹ ਜ਼ਰੂਰ ਰੱਖਣਾ ਹੈ ਕਿ ਜੋ ਮੇਰੇ ਕੋਲ ਆ ਮੈਂ ਵੰਡਾਂ। ਠੀਕ, ਜੋ ਮੇਰੇ ਕੋਲ ਹੈ ਵੰਡ ਦੇਵਾਂ, ਲਾਲਚ ਆਪਣੇ ਆਪ ਖਤਮ। ਬਹੁਤ ਖੂਬ ਜੀ। ਅਖੀਰ ਵਿੱਚ ਬਰੀਫਲੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਯੰਗਸਟਰਸ ਨੂੰ? ਮੈਂ ਇਹ ਮੈਸੇਜ ਦੇਣਾ ਚਾਹੂੰਗਾ ਕਿ ਅਸੀਂ ਵੱਧ ਤੋਂ ਵੱਧ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ। ਐਕਚੁਅਲੀ ਟਰਾਂਸਲੇਸ਼ਨ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਆ, ਅਸੀਂ ਕੇਵਲ ਨੈਟ ਤੇ ਹੀ ਟਰਾਂਸਲੇਸ਼ਨ ਤੱਕ ਨਾ ਸੀਮਿਤ ਰਹੀਏ। ਠੀਕ, ਉਹ ਪੰਕਤੀ ਤੋਂ ਪੰਕਤੀ ਟਰਾਂਸਲੇਸ਼ਨ ਆ। ਅਸੀਂ ਕੋਸ਼ਿਸ਼ ਕਰੀਏ ਕਿ ਗੁਰਮਤਿ ਦੇ ਭਾਵ ਅਰਥਾਂ ਨੂੰ ਨਾਲ ਸਮਝ ਕੇ ਅਸੀਂ ਗੁਰਮਤਿ ਦੇ ਭਾਵ ਅਰਥਾਂ ਦੀ ਟਰਾਂਸਲੇਸ਼ਨ ਸਾਡੇ ਜੀਵਨ 'ਚ ਆਵੇ। ਅਸੀਂ ਗੁਰਮਤਿ ਸਿਰਫ ਸਾਡਾ ਪਾਰ ਉਤਾਰਾ ਧੰਨ ਗੁਰੂ ਗ੍ਰੰਥ ਸਾਹਿਬ ਹੀ ਕਰ ਸਕਦਾ, ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀ। ਬਹੁਤ ਖੂਬ ਜੀ। ਸਾਨੂੰ ਮਾਣ ਹੈ ਕਿ ਫਾਦਰ ਸਨ ਟੀਮ ਜਿਹੜੀ ਹੈਗੀ ਹੈ ਉਹ ਸਿੱਖੀ ਦੇ ਪ੍ਰਚਾਰ ਵਿੱਚ ਜੁੜੀ ਹੋਈ ਹੈ, ਤੇ ਅੱਜ ਜਦੋਂ ਅਸੀਂ ਕਹਿੰਦੇ ਰੋਲ ਮਾਡਲਸ ਨਹੀਂ, ਸਾਡੇ ਸਾਹਮਣੇ ਤੁਸੀਂ ਬੈਠੇ ਹੋ, ਬੜਾ ਮਾਣ ਹੈ ਤੇ ਸ਼ੁਭ ਕਾਮਨਾਵਾਂ ਤੇ ਬੈਸਟ ਵਿਸ਼ੇਸ ਕਿ ਤੁਸੀਂ ਇਸੇ ਤਰੀਕੇ ਨਾਲ ਕੌਮ ਦੀ ਸੇਵਾ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।